Hello बच्चों, today we will discuss about gravity and relation between gravitation and gravity. ਗ੍ਰੈਵਿਟੀ ਕੀ ਆ, ਇੱਕ ਸਪੈਸ਼ਲ ਕੇਸ ਆ ਗ੍ਰੈਵੀਟੇਸ਼ਨ ਦਾ। ਠੀਕ ਹੈ, ਗ੍ਰੈਵਿਟੀ ਹੁੰਦੀ ਆ ਅਰਥ ਦੀ ਫੋਰਸ ਹੁੰਦੀ ਆ ਇਹ, ਅਤੇ ਇਸਦੀ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ। ਗ੍ਰੈਵਿਟੀ ਇਜ਼ ਦਾ ਫੋਰਸ ਆਫ ਅਟਰੈਕਸ਼ਨ ਐਕਸਰਟਡ ਬਾਈ ਦਾ ਅਰਥ ਟੂਵਾਰਡਸ ਇਟਸ ਸੈਂਟਰ। ਗ੍ਰੈਵਿਟੀ ਹੁੰਦੀ ਹੈ ਜਿਹੜੀ ਅਰਥ ਦੁਆਰਾ ਮਤਲਬ ਫੋਰਸ ਐਗਜ਼ਰਟ ਕੀਤੀ ਜਾਂਦੀ ਆ ਕਿਸੇ ਬੋਡੀ ਦੇ ਉੱਤੇ, ਜਿਹੜੀ ਕਿ ਅਰਥ ਦੇ ਸਰਫੇਸ ਦੇ ਉੱਤੇ ਪਈ ਆ ਜਾਂ ਉਸਦੇ ਨੇੜੇ ਆ। ਠੀਕ ਹੈ, ਜਿਸ ਦੇ ਮਤਲਬ ਸਿੰਪਲ ਭਾਸ਼ਾ 'ਚ ਆਪਾਂ ਕਹਿ ਸਕਦੇ ਹਾਂ, ਸਿੰਪਲ ਲੈਂਗੁਏਜ ਦੇ ਵਿੱਚ ਅਰਥ ਦੁਆਰਾ ਇੱਕ ਫੋਰਸ ਐਗਜ਼ਰਟ ਕੀਤੀ ਜਾਂਦੀ ਆ ਬੋਡੀ ਦੇ ਉੱਤੇ, ਜਿਸ ਦੇ ਕਰਕੇ ਜਿਹੜੀ ਹੈਗੀ ਆ ਕੋਈ ਬੋਡੀ ਜਿਹੜੀ ਹੈਗੀ ਆ ਅਰਥ ਵੱਲ ਕੀ ਹੁੰਦੀ ਆ, ਅਟਰੈਕਟ ਹੁੰਦੀ ਆ। ਠੀਕ ਹੈ, ਗ੍ਰੈਵਿਟੀ ਕੀ ਹੁੰਦੀ ਹੈ, ਇੱਕ ਸਪੈਸ਼ਲ ਕੇਸ ਆ ਗ੍ਰੈਵੀਟੇਸ਼ਨ ਦਾ, ਅਤੇ ਇਸ ਨੂੰ ਅਸੀਂ ਕਹਿੰਦੇ ਹਾਂ ਅਰਥਸ ਗ੍ਰੈਵੀਟੇਸ਼ਨ ਪੁੱਲ। ਫੋਰ ਇਲਸਟ੍ਰੇਸ਼ਨ, the force of attraction between two bodies on the surface of earth is the force of gravitation। ਇਹ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਕਿਸ ਯੂਨੀਵਰਸ ਦੇ ਵਿੱਚ ਕੋਈ ਵੀ ਦੋ ਬੋਡੀਜ਼ ਨੇ, ਉਹਨਾਂ ਦੇ ਵਿਚਕਾਰ ਇੱਕ ਫੋਰਸ ਆਫ ਅਟਰੈਕਸ਼ਨ ਜਿਹੜੀ ਹੈਗੀ ਆ ਐਕਟ ਕਰਦੀ ਆ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ, ਗ੍ਰੈਵੀਟੇਸ਼ਨ ਕਹਿੰਦੇ ਹਾਂ। ਠੀਕ ਹੈ, ਬਟ ਦਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਈਚ ਬੋਡੀ ਐਂਡ ਅਰਥ, ਬਟ ਜਿਹੜੀ ਫੋਰਸ ਜਿਹੜੀ ਲੱਗਦੀ ਆ ਮਤਲਬ ਜਿਹੜੀ ਟੂ ਬੋਡੀਜ਼ ਦੇ ਵਿੱਚ ਲੱਗਦੀ ਆ ਉਸਨੂੰ ਅਸੀਂ ਗ੍ਰੈਵੀਟੇਸ਼ਨ ਕਹਿੰਦੇ ਹਾਂ, ਬਟ ਜਿਹੜੀ ਅਰਥ ਦੇ ਵਿੱਚ ਅਤੇ ਕਿਸੇ ਬੋਡੀ ਦੇ ਵਿੱਚ ਲੱਗਦੀ ਆ ਉਸਨੂੰ ਅਸੀਂ ਕਹਿੰਦੇ ਹਾਂ ਫੋਰਸ ਆਫ ਗ੍ਰੈਵਿਟੀ। ਠੀਕ ਹੈ, ਫੋਰਸ ਆਫ ਗ੍ਰੈਵਿਟੀ ਐਕਟਿੰਗ ਔਨ ਏ ਬੋਡੀ ਇਜ਼ ਦਾ ਮੇਜ਼ਰ ਆਫ ਵੇਟ ਆਫ ਦਾ ਬੋਡੀ। ਜਿਹੜੀ ਫੋਰਸ ਆਫ ਗ੍ਰੈਵਿਟੀ ਆ ਕਿਸੇ ਬੋਡੀ ਦੇ ਉੱਤੇ ਲੱਗਦੀ ਆ, ਉਹ ਕੀ ਹੁੰਦਾ, ਆਪਣੀ ਬੋਡੀ ਦਾ ਵੇਟ ਹੀ ਹੁੰਦਾ। ਮਤਲਬ ਕੀ ਹੁੰਦਾ, ਇੱਕ ਮਾਸ ਹੁੰਦਾ, ਇੱਕ ਕੀ ਹੁੰਦਾ, ਇੱਕ ਵੇਟ ਹੁੰਦਾ। ਠੀਕ ਹੈ, ਮਾਸ ਕੀ ਹੁੰਦਾ, ਆਪਣੇ ਕੋਲ ਕੁਆਂਟਿਟੀ ਆਫ ਮੈਟਰ ਹੁੰਦਾ, ਅਤੇ ਜਿਹੜਾ ਵੇਟ ਆ ਉਹ ਕੀ ਹੁੰਦਾ, ਫੋਰਸ ਹੀ ਹੁੰਦੀ ਆ। ਫੋਰਸ ਆਫ ਗ੍ਰੈਵਿਟੀ ਐਕਟਿੰਗ ਔਨ ਏ ਬੋਡੀ ਇਜ਼ ਦਾ ਮੇਜ਼ਰ ਆਫ weight of the body, thus weight of a body is defined as force of attraction exerted by the earth on the body towards its center। weight ਕੀ ਆ, ਇੱਕ force of attraction ਆ exerted by earth ਦੁਆਰਾ exert ਕੀਤੀ ਜਾਂਦੀ ਆ on the body। ਠੀਕ ਹੈ, towards its center। ਅਤੇ m ਕੀ ਆ ਆਪਣੇ ਕੋਲ, mass of a body placed on the surface where acceleration due to gravity is। ਜੇ ਹੁਣ ਆਪਾਂ ਆਪਣੇ ਕੋਲ ਕੀ ਆ, ਆਪਾਂ ਦੇਖਦੇ ਹਾਂ ਵੇਟ ਕੀ ਹੁੰਦਾ ਆਪਣੇ ਕੋਲ, ਐਮ ਅਤੇ ਜੀ ਹੁੰਦਾ। ਐਮ ਕੀ ਆ ਆਪਣੇ ਕੋਲ, ਮਾਸ ਆਫ ਬੋਡੀ। ਠੀਕ ਹੈ, ਜੀ ਕੀ ਆ ਆਪਣੇ ਕੋਲ, ਗ੍ਰੈਵਿਟੀ ਜਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਠੀਕ ਹੈ, ਇਹਨਾਂ ਦੋਨਾਂ ਦੇ ਪ੍ਰੋਡਕਟ ਕਰਕੇ ਆਪਾਂ ਨੂੰ ਕੀ ਮਿਲਦਾ, ਵੇਟ ਮਿਲਦਾ। ਮਤਲਬ ਵੇਟ ਕੀ ਹੈ, ਫੋਰਸ ਆਫ ਅਟਰੈਕਸ਼ਨ ਹੀ ਹੁੰਦੀ ਆ। ਮਾਸ ਹੁੰਦਾ ਆਪਣੀ ਕੁਆਂਟਿਟੀ ਆਫ ਮੈਟਰ, ਅਤੇ ਜੀ ਹੈਗਾ ਜਿਹੜਾ ਉਹ ਕੀ ਹੈ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਜਦੋਂ ਆਪਾਂ ਮਾਸ ਦੇ ਵਿੱਚ ਜੀ ਨੂੰ ਮਲਟੀਪਲਾਈ ਕਰਦੇ ਹਾਂ ਤਾਂ ਆਪਣੇ ਕੋਲ ਕੀ ਮਿਲਦਾ, ਆਪਣੇ ਕੋਲ ਬੋਡੀ ਵੇਟ ਆਫ ਬੋਡੀ ਮਿਲਦੀ ਆ। ਠੀਕ ਹੈ, ਇਸ ਲਈ ਆਪਾਂ ਕਹਿ ਸਕਦੇ ਹਾਂ ਮਾਸ ਜਿਹੜਾ ਹੁੰਦਾ, ਆਪਾਂ ਕਿਤੇ ਵੀ ਚਲੇ ਜਾਈਏ, ਚਾਹੇ ਮੂਨ 'ਤੇ ਚਲੇ ਜਾਈਏ, ਮਾਸ ਜਿਹੜਾ ਹੈਗਾ ਉਹ ਉਹੀ ਰਹਿੰਦਾ, ਬਟ ਵੇਟ ਜਿਹੜਾ ਹੈਗਾ ਉਹ ਉੱਥੋਂ ਦੀ ਗ੍ਰੈਵਿਟੀ ਦੇ ਅਕੋਰਡਿੰਗ ਜਿਹੜਾ ਹੈਗਾ ਚੇਂਜ ਹੁੰਦਾ ਰਹਿੰਦਾ। ਠੀਕ ਹੈ, ਯੂਨਿਟ ਐਂਡ ਡਾਇਮੈਂਸ਼ਨ ਆਫ ਗ੍ਰੈਵਿਟੀ ਪੁੱਲ ਔਰ ਵੇਟ ਆਰ ਸੇਮ ਐਜ਼ ਦਾ ਦੋਜ਼ ਆਫ ਫੋਰਸ। ਜਿਹੜੀ ਯੂਨਿਟ ਅਤੇ ਡਾਇਮੈਂਸ਼ਨ ਨੇ ਗ੍ਰੈਵਿਟੀ ਦੀਆਂ ਅਤੇ ਵੇਟ ਦੀਆਂ, ਵੇਟ ਵੀ ਇੱਕ ਫੋਰਸ ਹੁੰਦੀ ਆ, ਗ੍ਰੈਵਿਟੀ ਵੀ ਇੱਕ ਫੋਰਸ ਹੁੰਦੀ ਆ, ਉਹ ਫੋਰਸ ਦੀ ਤਰ੍ਹਾਂ ਹੀ ਸਿਮਿਲਰ ਹੁੰਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਹੈਗਾ ਡਿਫਰੈਂਸ ਬਿਟਵੀਨ ਗ੍ਰੈਵੀਟੇਸ਼ਨ ਐਂਡ ਗ੍ਰੈਵਿਟੀ। ਗ੍ਰੈਵੀਟੇਸ਼ਨ ਇਜ਼ ਦਾ ਫੋਰਸ ਆਫ ਅਟਰੈਕਸ਼ਨ ਐਕਟਿੰਗ ਬਿਟਵੀਨ ਟੂ ਬੋਡੀਜ਼ ਆਫ ਦਾ ਯੂਨੀਵਰਸ ਦੇ ਵਿੱਚ ਜਿਹੜੀਆਂ ਦੋ ਬੋਡੀਜ਼ ਨੇ ਉਹਨਾਂ ਦੇ ਵਿਚਕਾਰ ਜਿਹੜੀ ਫੋਰਸ ਆਫ ਅਟਰੈਕਸ਼ਨ ਹੁੰਦੀ ਆ ਉਸਨੂੰ ਅਸੀਂ ਗ੍ਰੈਵੀਟੇਸ਼ਨ ਕਹਿੰਦੇ ਹਾਂ। ਅਤੇ ਗ੍ਰੈਵਿਟੀ ਹੁੰਦੀ ਆ, ਇਹ ਅਰਥ ਦੀ ਗ੍ਰੈਵੀਟੇਸ਼ਨ ਪੁੱਲ ਹੁੰਦਾ ਔਨ ਦਾ ਬੋਡੀ ਦੇ ਉੱਤੇ ਜਿਹੜੀ ਲੱਗਦੀ ਆ, ਅਰਥ ਦੁਆਰਾ ਗ੍ਰੈਵੀਟੇਸ਼ਨ ਪੁੱਲ ਜਿਹੜਾ ਫੋਰਸ ਲਗਾਈ ਜਾਂਦੀ ਆ, ਜਿਹੜੇ ਬੋਡੀਜ਼ ਜਿਹੜੀਆਂ ਨੇ ਸਰਫੇਸ ਆਫ ਅਰਥ 'ਤੇ ਲਾਈ ਕਰਦੀਆਂ ਨੇ। ਠੀਕ ਹੈ, ਉਸ ਤੋਂ ਬਾਅਦ ਗ੍ਰੈਵੀਟੇਸ਼ਨ ਫੋਰਸ ਹੁੰਦੀ ਆ ਜਿਹੜੀ, ਇਹ ਇੱਕ ਯੂਨੀਵਰਸਲ ਫੋਰਸ ਆ। ਇਹ ਦੋ ਬੋਡੀਜ਼ ਦੇ ਵਿਚਕਾਰ ਹੁੰਦੀ ਆ, ਬੋਡੀ ਏ ਆਫ ਮਾਸ m1 ਅਤੇ ਬੋਡੀ ਬੀ ਆਫ ਮਾਸ m2 ਪਲੇਸਡ, ਜਿਹੜੇ ਉਹਨਾਂ ਵਿੱਚ ਡਿਸਟੈਂਸ ਕਿੰਨਾ ਹੁੰਦਾ, r, ਅਤੇ ਉਹਦਾ ਫਾਰਮੂਲਾ ਹੁੰਦਾ F = G m1 m2 upon r², ਅਤੇ G ਹੁੰਦਾ ਯੂਨੀਵਰਸਲ ਗ੍ਰੈਵੀਟੇਸ਼ਨ ਕਾਂਸਟੈਂਟ। ਅਤੇ ਉਸ ਤੋਂ ਬਾਅਦ ਫੋਰਸ ਆਫ ਗ੍ਰੈਵਿਟੀ ਜਿਹੜੀ ਹੁੰਦੀ ਆ ਬੋਡੀ ਆਫ ਮਾਸ ਦੇ ਉੱਤੇ ਐਕਟ ਕਰਦੀ ਆ। ਗ੍ਰੈਵੀਟੇਸ਼ਨਲ ਫੋਰਸ ਜਿਹੜੀ ਟੂ ਬੋਡੀਜ਼ ਦੇ ਵਿੱਚ ਐਕਟ ਕਰਦੀ ਆ, ਬਟ ਫੋਰਸ ਆਫ ਗ੍ਰੈਵਿਟੀ ਜਿਹੜੀ ਹੁੰਦੀ ਆ ਉਹ ਟੂ ਬੋਡੀਜ਼ ਦੇ ਉੱਤੇ ਜਿਹੜੀ ਹੈਗੀ, ਇੱਕ ਬੋਡੀ ਦੇ ਉੱਤੇ ਦੇ ਮਾਸ ਦੀ ਔਨ ਏ ਮਾਸ ਆਫ ਏ ਬੋਡੀ ਇਜ਼ ਫੋਰਸ ਕੀ ਹੁੰਦੀ ਹੈ, m × g। ਮਤਲਬ ਜਿੰਨਾ ਆਪਣਾ ਮਾਸ ਆ ਉਹਦੇ ਨਾਲ ਗ੍ਰੈਵਿਟੀ ਦੀ ਕੀ ਹੋ ਜਾਂਦੀ ਆ, ਉਹ ਮਲਟੀਪਲਾਈ ਹੋ ਜਾਂਦੀ ਆ, ਉਹ ਕੀ ਬਣ ਜਾਂਦੀ ਆ, ਇੱਕ ਫੋਰਸ ਬਣ ਜਾਂਦੀ ਆ।
ਤੇ ਜੀ ਕੀ ਆ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਫੋਰਸ ਆਫ ਗ੍ਰੈਵਿਟੀ ਔਨ ਦਾ ਬੋਡੀ ਆਫ ਮਾਸ। ਉਸ ਤੋਂ ਬਾਅਦ ਹੈਗਾ ਦਾ ਡਾਇਰੈਕਸ਼ਨ ਆਫ ਗ੍ਰੈਵੀਟੇਸ਼ਨ ਫੋਰਸ ਔਨ ਬੋਡੀ ਏ ਡਿਊ ਟੂ ਬੀ ਇਜ਼ ਅਲੋਂਗ ਏ ਬੀ। ਮਤਲਬ ਡਾਇਰੈਕਸ਼ਨ ਜਿਹੜੀ ਹੈਗੀ ਆ ਗ੍ਰੈਵੀਟੇਸ਼ਨ ਫੋਰਸ ਦੀ ਔਨ ਬੋਡੀ ਏ 'ਤੇ ਲੱਗ ਰਹੀ ਆ ਬੀ ਦੇ ਕਰਕੇ, ਕਿੱਧਰ ਹੋਊਗੀ ਇਜ਼ ਅਲੋਂਗ ਏ ਬੀ। ਜਿਹੜੇ ਆਪਾਂ ਨੇ ਪਿੱਛੇ ਡਾਇਗਰਾਮ ਕੀਤੀ ਸੀ, ਇੱਕ ਬੋਡੀ ਏ ਇੱਕ ਬੋਡੀ ਬੀ, ਉਹਨਾਂ ਦੇ ਵਿਚਕਾਰ ਜਿਹੜਾ ਫੋਰਸ ਆਫ ਡਾਇਰੈਕਸ਼ਨ ਹੈ ਐਫ। ਮਤਲਬ ਜੇ ਆਪਾਂ ਆਪਣੀ ਕੋਈ ਫੋਰਸ ਜਿਹੜੀ ਏ 'ਤੇ ਉੱਤੇ ਲੱਗ ਰਹੀ ਆ ਡਿਊ ਟੂ ਬੀ, ਤਾਂ ਕਿਸ ਦੇ ਅਲੋਂਗ ਲੱਗੂਗੀ ਏ ਬੀ ਦੇ ਅਲੋਂਗ। ਅਤੇ ਉਸ ਤੋਂ ਬਾਅਦ ਹੈਗਾ ਦਾ ਡਾਇਰੈਕਸ਼ਨ ਆਫ ਫੋਰਸ ਆਫ ਗ੍ਰੈਵਿਟੀ ਔਨ ਏ ਬੋਡੀ ਇਜ਼ ਅਲੋਂਗ ਦਾ ਲਾਈਨ ਜੁਆਇਨਿੰਗ ਦਾ ਬੋਡੀ ਐਂਡ ਦਾ ਸੈਂਟਰ ਆਫ ਅਰਥ। ਅਤੇ ਫੋਰਸ ਆਫ ਗ੍ਰੈਵਿਟੀ ਦੀ ਵੀ ਜਿਹੜੀ ਫੋਰਸ ਆ ਜਿਹੜੀ ਹੈਗੀ ਆ ਉਹ ਬੋਡੀ ਦੇ ਸੈਂਟਰ 'ਤੇ ਅਰਥ ਦੇ ਜਿਹੜੇ ਹੈਗਾ ਅਰਥ ਦਾ ਸੈਂਟਰ ਆ ਅਤੇ ਬੋਡੀ ਦੇ ਉੱਤੇ ਉਸ ਜਿਹੜਾ ਉਹਨਾਂ ਨੂੰ ਜੇ ਆਪਾਂ ਉਹਨਾਂ ਦੇ ਵਿੱਚ ਇੱਕ ਲਾਈਨ ਡਰੋ ਕਰ ਦਈਏ ਉਸ ਦੇ ਅਲੋਂਗ ਹੀ ਲੱਗੂਗੀ। ਠੀਕ ਹੈ। ਦਾ ਫੋਰਸ ਆਫ ਗ੍ਰੈਵੀਟੇਸ਼ਨ ਬਿਟਵੀਨ ਟੂ ਬੋਡੀਜ਼ ਕੈਨ ਬੀ ਜ਼ੀਰੋ ਇਫ ਦਾ ਸੈਪਰੇਸ਼ਨ ਬਿਟਵੀਨ ਟੂ ਬੋਡੀਜ਼ ਬਿਕਮ ਇਨਫਿਨਿਟੀ। ਜੇਕਰ ਦੋ ਬੋਡੀਜ਼ ਦੇ ਵਿਚਕਾਰ ਡਿਸਟੈਂਸ ਇਨਫਿਨਿਟੀ ਹੋਵੇ ਤਾਂ ਫੋਰਸ ਆਫ ਗ੍ਰੈਵੀਟੇਸ਼ਨ ਜਿਹੜੀ ਹੈਗੀ ਆ ਉਹ ਜ਼ੀਰੋ ਹੋ ਜੂਗੀ। ਕਿਉਂ? ਕਿਉਂਕਿ ਫੋਰਸ ਕਿਹਦੇ ਪ੍ਰਪੋਰਸ਼ਨਲ ਆ 1/r² ਦੇ। ਆਪਾਂ ਪਿੱਛੇ ਪੜ੍ਹੀ ਆ ਨਾ ਐਫ ਕਿਹਦੇ ਪ੍ਰਪੋਰਸ਼ਨਲ ਆ, ਐਫ ਕਿਸ ਦੇ ਪ੍ਰਪੋਰਸ਼ਨਲ ਆ, ਦੇਖੋ ਐਫ ਕਿਹਦੇ ਪ੍ਰਪੋਰਸ਼ਨਲ ਆ 1/r² ਦੇ ਪ੍ਰਪੋਰਸ਼ਨਲ ਆ। ਐਫ ਇੱਕ ਪ੍ਰਪੋਰਸ਼ਨਲ ਆ ਦੋ ਬੋਡੀਜ਼ ਦੇ ਮਾਸ ਦੇ ਪ੍ਰੋਡਕਟ ਦੇ ਅਤੇ ਇੱਕ 1/r² ਦੇ। ਜੇ ਇਹ ਵਾਲੀ ਚੀਜ਼ ਇਨਫਿਨਿਟੀ ਬਣ ਗਈ, ਆਰ ਜਿਹੜਾ ਇਨਫਿਨਿਟੀ ਬਣ ਗਿਆ, ਤਾਂ ਉੱਪਰ ਜਾ ਕੇ ਕੀ ਬਣ ਜੂਗਾ ਫੋਰਸ ਕੀ ਬਣ ਜੂਗੀ ਜ਼ੀਰੋ। ਠੀਕ ਹੈ। ਅਤੇ ਫੋਰਸ ਆਫ ਗ੍ਰੈਵਿਟੀ ਔਨ ਏ ਬੋਡੀ ਇਜ਼ ਜ਼ੀਰੋ ਐਟ ਦਾ ਸੈਂਟਰ ਆਫ ਅਰਥ। ਫੋਰਸ ਆਫ ਗ੍ਰੈਵਿਟੀ ਜਿਹੜੀ ਹੁੰਦੀ ਆ ਕਿੱਥੇ ਜ਼ੀਰੋ ਹੁੰਦੀ ਆ, ਸੈਂਟਰ ਆਫ ਅਰਥ ਦੇ ਉੱਤੇ ਜ਼ੀਰੋ ਹੁੰਦੀ ਆ। ਠੀਕ ਹੈ। ਉਸ ਤੋਂ ਬਾਅਦ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, ਇਹ ਕੀ ਹੁੰਦੀ ਆ ਐਫ ਇਜ਼ ਇਕਲ ਟੂ ਮਾਸ ਇੰਟੂ ਏ। ਐਫ ਕੀ ਹੁੰਦਾ ਮਾਸ ਇੰਟੂ ਏ। ਨਿਊਟਨਸ ਸੈਕਿੰਡ ਲਾ ਦੇ ਅਕੋਰਡਿੰਗ ਫੋਰਸ ਹੁੰਦੀ ਆ ਮਾਸ ਇੰਟੂ ਐਕਸਲਰੇਸ਼ਨ। ਐਫ ਕੀ ਆ ਜਿਹੜੀ ਫੋਰਸ ਐਕਟ ਕਰਦੀ ਆ ਬੋਡੀ ਦੇ ਉੱਤੇ ਆਫ ਮਾਸ ਐਮ, ਅਤੇ ਉਹਦੇ ਕਰਕੇ ਜਿਹੜੀ ਐਕਸਲਰੇਸ਼ਨ ਪ੍ਰੋਡਿਊਸ ਹੁੰਦੀ ਆ ਉਹ ਕੀ ਹੁੰਦੀ ਆ ਏ। ਤਾਂ ਅਕੋਰਡਿੰਗ ਟੂ ਨਿਊਟਨਸ ਸੈਕਿੰਡ ਲਾ ਆਫ ਮੋਸ਼ਨ ਐਫ ਇਜ਼ ਇਕਲ ਟੂ ਐਮ ਏ। ਇਫ ਏ ਫੋਰਸ ਔਨ ਬੋਡੀ ਇਜ਼ ਡਿਊ ਟੂ, ਜਿਹੜੀ ਇਹ ਫੋਰਸ ਐਕਟ ਕਰ ਰਹੀ ਆ ਕਿਸੇ ਬੋਡੀ ਦੇ ਉੱਤੇ ਉਹ ਅਰਥ ਦੇ ਕਰਕੇ ਹੋਵੇ, ਅਰਥ ਦੀ ਗ੍ਰੈਵਿਟੀ ਦੇ ਕਰਕੇ ਹੋਵੇ, ਤਾਂ ਆਪਾਂ ਉਸ ਐਕਸਲਰੇਸ਼ਨ ਇਨ ਦਾ ਬੋਡੀ, ਜਿਹੜੀ ਬੋਡੀ ਦੇ ਵਿੱਚ ਐਕਸਲਰੇਸ਼ਨ ਹੋਊਗੀ ਉਸਨੂੰ ਕਹਾਂਗੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਅਤੇ ਇਸਨੂੰ ਆਪਾਂ ਜੀ ਸਮੋਲ ਜੀ ਦੇ ਨਾਲ ਡਿਨੋਟ ਕਰਾਂਗੇ। ਮਤਲਬ ਏ ਜਿਹਦੇ ਇਕੁਅਲ ਆ ਗਿਆ ਜੀ ਦੇ ਇਕੁਅਲ। ਠੀਕ ਹੈ। ਜਦੋਂ ਆਪਾਂ ਕਿਸੇ ਬੋਡੀ ਦੇ ਉੱਤੇ ਫੋਰਸ ਲਗਾਉਂਦੇ ਹਾਂ ਸੈਕਿੰਡ ਲਾ ਦੇ ਅਕੋਰਡਿੰਗ, ਉਸ ਬੋਡੀ ਦਾ ਕੀ ਆ ਮਾਸ ਐਮ ਆ, ਤਾਂ ਉਹਦੇ ਵਿੱਚ ਐਕਸਲਰੇਸ਼ਨ ਏ ਪ੍ਰੋਡਿਊਸ ਹੁੰਦੀ ਆ। ਤਾਂ ਨਿਊਟਨ ਦੀ ਸੈਕਿੰਡ ਲਾ ਦੇ ਅਕੋਰਡਿੰਗ ਮਾਸ ਫੋਰਸ ਕੀ ਆ ਐਮ ਏ ਆ। ਬਟ ਜੇ ਉਹ ਫੋਰਸ ਜਿਹੜੀ ਆਪਾਂ ਨੇ ਇਹਦੇ ਉੱਤੇ ਲਗਾਈ ਆ ਉਹ ਅਰਥ ਦੁਆਰਾ ਲਗਾਈ ਜਾ ਰਹੀ ਹੈ, ਅਰਥ ਦੀ ਗ੍ਰੈਵਿਟੀ ਦੇ ਦੁਆਰਾ ਲਗਾਈ ਜਾ ਰਹੀ ਆ, ਤਾਂ ਐਕਸਲਰੇਸ਼ਨ ਹੀ ਜਿਹੜੀ ਪ੍ਰੋਡਿਊਸ ਹੋਊਗੀ ਬੋਡੀ ਦੇ ਵਿੱਚ ਉਹ ਕੀ ਉਹ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਕਹਾਂਗੇ ਉਸਨੂੰ। ਅਤੇ ਇਸਨੂੰ ਜੀ ਦੇ ਨਾਲ ਡਿਨੋਟ ਕੀਤਾ ਜਾਂਦਾ। ਤਾਂ ਐਮ ਏ ਦੀ ਜਗ੍ਹਾ 'ਤੇ ਕੀ ਆ ਜਾਊਗਾ ਜੀ ਆ ਜਾਊਗਾ। ਠੀਕ ਹੈ। ਤਾਂ ਜੀ ਦੀ ਵੈਲਿਊ ਕੀ ਆ ਜਾਊਗੀ ਐਫ ਅਪੋਨ ਐਮ। ਜੇ ਮਾਸ ਐਮ ਆ ਤਾਂ ਜੀ ਸਮੋਲ ਜੀ ਜਿਹੜਾ ਹੈਗਾ ਐਫ ਦੇ ਇਕੁਅਲ ਆ। ਐਕਸਲਰੇਸ਼ਨ ਅਤੇ ਇਹਦੀ ਇੱਥੋਂ ਜਿਹੜੀ ਡੈਫੀਨੇਸ਼ਨ ਬਣ ਰਹੀ ਆ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਇਜ਼ ਡਿਫਾਈਨਡ ਐਜ਼ ਦਾ ਫੋਰਸ ਆਫ ਗ੍ਰੈਵਿਟੀ ਐਕਟਿੰਗ ਔਨ ਯੂਨਿਟ ਮਾਸ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਨੂੰ ਆਪਾਂ ਜੀ ਨੂੰ ਡਿਫਾਈਨ ਕਰਦੇ ਹਾਂ ਕਿ ਫੋਰਸ ਆਫ ਗ੍ਰੈਵਿਟੀ ਜਿਹੜੀ ਕਿਸੇ ਬੋਡੀ ਦੇ ਉੱਤੇ ਲੱਗ ਰਹੀ ਆ, ਅਗਰ ਬੋਡੀ ਦਾ ਮਾਸ ਕੀ ਆ ਯੂਨਿਟ ਮਾਸ ਆ 1 ਆ, ਪਲੇਸਡ ਔਨ ਔਰ ਨੀਅਰ ਦਾ ਸਰਫੇਸ ਆਫ ਬੋਡੀ, ਤਾਂ ਜਿਹੜੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਆ ਕਿਹਦੇ ਇਕੁਅਲ ਆ ਜੂਗੀ ਫੋਰਸ ਦੇ ਇਕੁਅਲ ਆ। is defined as force of gravity acting on unit mass of the body placed on or near the surface of body। ठीक है। उस तो बाद आप पढ़ांगे रिलेशन बिटवीन जी एंड कैपिटल जी, स्मॉल जी एंड कैपिटल जी। स्मॉल जी की होंगी एक्सलरेशन ड्यू टू ग्रैविटी एंड कैपिटल जी की आ ग्रैविटेशन यूनीवर्सल ग्रैविटेशन कॉन्सटेंट। ठीक है। आप किमें पढ़ांगे देखो, मतलब असल ਦੇ ਵਿੱਚ ਜਿਹੜਾ ਸਮੋਲ ਜੀ ਆ ਇਹ ਕੈਪੀਟਲ ਜੀ ਦਾ ਇੱਕ ਸਪੈਸ਼ਲ ਕੇਸ ਕੀ ਆ। ਜਦੋਂ ਆਪਾਂ ਦੋ ਬੋਡੀਜ਼ ਦੀ ਗੱਲ ਕਰਦੇ ਹਾਂ ਯੂਨੀਵਰਸ ਦੇ ਵਿੱਚ, ਤਾਂ ਉਸ ਦੇ ਵਿਚਕਾਰ ਜਿਹੜੀ ਫੋਰਸ ਲੱਗਦੀ ਹੈ ਉਹ ਜੀ ਹੁੰਦੀ ਹੈ ਕੈਪੀਟਲ ਜੀ, ਅਤੇ ਅਗਰ ਅਰਥ 'ਤੇ ਕਿਸੇ ਬੋਡੀ ਦੇ ਵਿਚਕਾਰ ਫੋਰਸ ਦੀ ਗੱਲ ਕਰੀਏ ਤਾਂ ਉਹ ਸਮੋਲ ਜੀ ਹੁੰਦੀ ਆ। ਠੀਕ ਹੈ। ਕੰਸੀਡਰ ਅਰਥ ਜਿਹੜਾ ਹੈਗਾ ਇੱਕ ਸਫੈਰੀਕਲ ਬੋਡੀ ਆ ਉਹ ਜਿਹਦਾ ਮਾਸ ਕੀ ਆ ਐਮ ਆ, ਕੈਪੀਟਲ ਐਮ ਆ। ਅਰਥ ਜਦੋਂ ਆਪਾਂ ਅਰਥ ਦਾ ਮਾਸ ਲੈਂਦੇ ਹਾਂ ਤਾਂ ਉਹ ਕੀ ਹੁੰਦਾ ਕੈਪੀਟਲ ਐਮ, ਅਤੇ ਰੇਡੀਅਸ ਕੀ ਆ ਕੈਪੀਟਲ ਆਰ, ਅਤੇ ਸੈਂਟਰ ਹੈਗਾ ਓ। ਇੱਥੇ ਇੱਕ ਦੇਖੋ ਇੱਕ ਅਰਥ ਆ, ਅਰਥ ਦੀ ਕੀ ਆ ਇੱਕ ਸਪੈਰੀਕਲ ਬੋਡੀ ਆ, ਅਤੇ ਇਹਦਾ ਮਾਸ ਐਮ ਆ, ਸੈਂਟਰ ਕੀ ਆ ਓ ਆ, ਅਤੇ ਰੇਡੀਅਸ ਆਰ ਆ। ਠੀਕ ਹੈ। ਇੱਥੇ ਜਿਹੜਾ ਹੈਗਾ ਸਰਫੇਸ ਅਰਥ ਦੇ ਸਰਫੇਸ ਦੇ ਉੱਤੇ ਇੱਕ ਹੋਰ ਬੋਡੀ ਪਈ ਆ ਜਿਹਦੇ ਉੱਤੇ ਫੋਰਸ ਲੱਗ ਰਹੀ ਆ, ਉਸਨੂੰ ਕਹਿੰਦੇ ਹਾਂ ਆਪਾਂ ਸਮੋਲ ਐਮ। ਉਹਦੀ ਮਾਸ ਹੈਗਾ ਸਮੋਲ ਐਮ, ਅਰਥ ਦਾ ਸਮੋਲ ਹੈਗਾ ਕੈਪੀਟਲ ਐਮ। ਅਤੇ ਸਪੋਜ਼ ਏ ਬੋਡੀ ਆਫ ਮਾਸ ਸਮੋਲ ਐਮ ਪਲੇਸਡ ਔਨ ਦਾ ਸਰਫੇਸ ਆਫ ਦਾ ਅਰਥ
ਵੇਅਰ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਕੀ ਆ ਜੀ ਆ। ਦ ਫੋਰਸ ਔਨ ਬੋਡੀ ਆਫ ਮਾਸ m ਆਊਟਸਾਈਡ ਦ ਸਰਫੇਸ ਆਫ ਅਰਥ ਇਜ਼ ਡਿਊ ਟੂ ਅਰਥ ਹੁਜ ਮਾਸ m ਇਜ਼ ਕੰਸਨਟ੍ਰੇਟਡ ਐਟ ਸੈਂਟਰ o। ਠੀਕ ਹੈ, ਅਤੇ ਉਸ ਤੋਂ ਬਾਅਦ ਜਿਹੜਾ ਕੈਪੀਟਲ ਜੀ ਆ, ਲੈਟ ਐਫ ਵੀ ਦਾ ਫੋਰਸ ਆਫ ਡਾਇਰੈਕਸ਼ਨ ਬਿਟਵੀਨ ਬੋਡੀ ਐਂਡ ਦਾ ਅਰਥ। ਜੇ ਆਪਾਂ ਕੈਪੀਟਲ ਵੀ ਇਹਨੂੰ ਮਤਲਬ ਇੱਕ ਬੋਡੀ ਹੀ ਮੰਨ ਕੇ ਚੱਲਦੇ ਹਾਂ, ਅਰਥ ਨੂੰ ਵੀ, ਅਤੇ ਇੱਕ ਦੂਸਰੀ ਬੋਡੀ ਪਈ ਆ, ਉਹਨਾਂ ਵਿਚਕਾਰ ਜੇ ਆਪਾਂ ਮੰਨੀਏ ਵੀ ਗ੍ਰੈਵੀਟੇਸ਼ਨ ਫੋਰਸ ਲੱਗ ਰਹੀ ਆ। ਠੀਕ ਹੈ, ਮਤਲਬ ਸਮਾਲ ਜੀ ਵੀ ਇਹਦਾ ਸਪੈਸ਼ਲ ਕੇਸ ਹੀ ਆ। ਲੈਟ ਐਫ ਕੈਪੀਟਲ ਐਫ ਵੀ ਦਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਬੋਡੀ ਐਂਡ ਅਰਥ। ਅਰਥ ਅਤੇ ਬੋਡੀ ਦੇ ਵਿਚਕਾਰ ਕੈਪੀਟਲ ਐਫ ਜਿਹੜੀ ਹੈਗੀ ਐਫ ਫੋਰਸ ਲੱਗ ਰਹੀ ਆ, ਫੋਰਸ ਆਫ ਅਟਰੈਕਸ਼ਨ ਲੱਗ ਰਹੀ ਆ। ਤਾਂ ਨਿਊਟਨਸ ਲਾ ਆਫ ਗ੍ਰੈਵੀਟੇਸ਼ਨ ਦੇ ਅਕੋਰਡਿੰਗ ਦੇਖੋ ਆਪਣੇ ਕੋਲ ਕੀ ਆ, ਅਰਥ ਆ ਅਤੇ ਇੱਕ ਬੋਡੀ ਪਈ ਆ। ਠੀਕ ਹੈ, ਇਹਨਾਂ ਦੇ ਵਿਚਕਾਰ ਜਿਹੜੀ ਹੈਗੀ ਆ ਫੋਰਸ ਲੱਗ ਰਹੀ ਆ, ਅਰਥ ਦੇ ਵਿਚਕਾਰ ਫੋਰਸ ਲੱਗ ਰਹੀ ਆ ਐਫ ਕੀ ਆ, ਫੋਰਸ ਲੱਗ ਰਹੀ ਆ ਅਕੋਰਡਿੰਗ ਟੂ ਨਿਊਟਨਸ ਲਾ ਆਫ ਗ੍ਰੈਵੀਟੇਸ਼ਨ। ਉਹ ਕਿਹੜੀ ਫੋਰਸ ਲੱਗ ਰਹੀ m1 m2 g ਅਪੋਨ r ਦੀ ਸਕੇਅਰ। ਠੀਕ ਹੈ, ਇਹ ਫੋਰਸ ਲੱਗ ਰਹੀ ਆ। ਅਤੇ ਉਸ ਤੋਂ ਬਾਅਦ ਫਰੋਮ ਗ੍ਰੈਵਿਟੀ ਪੁੱਲ ਤੋਂ ਜਿਹੜੀ ਹੈਗੀ ਆ ਫੋਰਸ ਕਿੰਨੀ ਆ mg। ਅਤੇ ਹੁਣ ਆਪਾਂ ਨੂੰ mg ਅਤੇ ਜਿਹੜੀ ਇਹ ਵਾਲੀ ਫੋਰਸ ਆ ਇਹਦੇ ਵਿੱਚ ਕੀ ਆ, ਇਹ ਫੋਰਸ ਇਹਦੇ ਵਿੱਚ ਲੱਗ ਰਹੀ ਆ ਇੱਕ ਬੋਡੀ ਦਾ ਮਾਸ ਕੀ ਆ m ਆ, ਅਤੇ ਇਹਦਾ ਅਰਥ ਦਾ ਮਾਸ ਹੈਗਾ ਕੈਪੀਟਲ M। ਤਾਂ ਇਹਨੂੰ ਆਪਾਂ m ਅਪੋਨ r ਸਕੇਅਰ ਮੰਨਾਂਗੇ। ਹੁਣ ਜੇ ਇਹਨਾਂ ਦੋਨਾਂ ਨੂੰ, ਹੁਣ ਇਹ ਕੀ ਆ, ਇਹ ਵੀ ਫੋਰਸ ਆ ਅਤੇ ਇਹ ਵੀ ਫੋਰਸ ਆ। ਠੀਕ ਹੈ, ਹੁਣ ਜੇ ਇਹਨਾਂ ਨੂੰ ਆਪਾਂ ਇਕੁਅਲ ਰੱਖ ਲਈਏ, g ਇਜ਼ ਇਕਲ ਟੂ m ਅਪੋਨ r ਦੀ ਸਕੇਅਰ ਇਜ਼ ਇਕਲ ਟੂ mg। m ਨਾਲ m ਕੱਟ ਹੋ ਗਿਆ। ਠੀਕ ਹੈ, ਤਾਂ ਸਮੋਲ ਜੀ ਦੀ ਵੈਲਿਊ ਕੀ ਆ ਗਈ ਆਪਣੇ ਕੋਲ, g m ਅਪੋਨ r ਦੀ ਸਕੇਅਰ। ਇਹ ਹੋ ਗਿਆ ਰਿਲੇਸ਼ਨ ਬਿਟਵੀਨ ਸਮੋਲ ਜੀ ਐਂਡ ਕੈਪੀਟਲ ਜੀ ਕਿਹਦੇ ਇਕੁਅਲ ਆ, ਸਮੋਲ ਜੀ ਜਿਹੜੀ ਅਰਥ ਦੀ ਗ੍ਰੈਵਿਟੀ ਫੋਰਸ ਆ ਉਹ ਕਿਹਦੇ ਇਕੁਅਲ ਆ, g m ਅਪੋਨ r ਦੀ ਸਕੇਅਰ। We note that acceleration due to gravity is independent of mass, shape and size of the body। ਮਤਲਬ ਇਹਦੇ ਵਿੱਚ ਕੋਈ ਵੀ ਜਿਹੜਾ ਸਮੋਲ m ਮਤਲਬ ਬੋਡੀ ਦਾ ਮਾਸ ਜਿਹੜਾ ਹੈਗਾ ਇਹਦੇ ਵਿੱਚ ਆ ਨਹੀਂ ਰਿਹਾ। ਠੀਕ ਹੈ, ਇਸ ਤੋਂ ਕੀ ਪਤਾ ਲੱਗਦਾ ਆਪਾਂ ਨੂੰ ਇਸ ਫਾਰਮੂਲੇ ਤੋਂ, ਇਹ ਹੈਗਾ ਸਮੋਲ ਜੀ ਦਾ ਜਿਹੜਾ ਕੈਪੀਟਲ ਜੀ ਨਾਲ ਰਿਲੇਸ਼ਨ ਹੁੰਦਾ। ਇਸ ਦੇ ਵਿੱਚ ਕੀ ਆ, ਸਮੋਲ ਜੀ ਦੀ ਜਿਹੜੀ ਵੈਲਿਊ ਆ ਉਹ ਬੋਡੀ ਦੇ ਮਾਸ 'ਤੇ, ਸਾਈਜ਼ 'ਤੇ, ਸ਼ੇਪ 'ਤੇ ਕਿਸੇ ਵੀ 'ਤੇ ਵੀ ਡਿਪੈਂਡ ਨਹੀਂ ਕਰਦੀ, ਬਟ ਕਿਤੇ ਡਿਪੈਂਡ ਕਰ ਰਹੀ ਆ ਮਾਸ 'ਤੇ ਰੇਡੀਅਸ ਆਫ ਅਰਥ। ਠੀਕ ਹੈ, ਗੋਟ ਇਟ ਬੱਚੇ, ਅੱਜ ਤੁਸੀਂ ਇੰਨਾ ਕਰੋ। ਠੀਕ ਹੈ, ਪਲੀਜ਼ ਸ਼ੇਅਰ, ਸਬਸਕ੍ਰਾਈਬ ਐਂਡ ਲਾਈਕ ਮਾਈ ਚੈਨਲ ਐਂਡ ਵੀਡੀਓ। ਠੀਕ ਹੈ।